सुनो डॉक्टर साहब सवाल कर रहे हैं लाइट बात है लाइट ज्यादा मेरे वो गल से कर दो यार उन्होंने कहा जी तुम अंदर नहीं जा सकते कार जिथे मर्जी खड़ा कार लैके आ उन्होंने कहा जी कार जिथे मर्जी खड़ा साहब आ रहे हैं उस तो बाद कार गुलाब देवी हस्पताल खिला के मैं पहन बच्चे जो उतों आया मैं अगे फिर मैं एमरजेंसी वार्ड च गया एमरजेंसी जी उन्होंने चिल्ड्रन एमरजेंसी यानी कि बनाया रस्ता पहले जा सकते वजीर आला साहब आ रहे हैं ਤੇ ਉਹਨਾਂ ਦੀ ਯਾਨੀ ਕਿ ਸਾਰੀ ਸਿਕਿਉਰਿਟੀ ਦਾ ਇੰਤਜ਼ਾਮ ਹੋਇਆ ਤੁਸੀਂ ਆਊਟਡੋਰ ਵਾਲੇ ਗੇਟ ਤੇ ਗਿਆ ਵਾ ਤੇ ਉੱਥੇ 100 ਦੇ ਹਿਸਾਬ ਨਾਲ ਤਦਾਦ ਵਿੱਚ ਲਾਈਨ 'ਚ ਲੱਗੇ ਸਾਨੂੰ ਯਾਨੀ ਕਿ ਮਰੀਜ਼ ਚੈੱਕਅਪ ਕਰਾਉਣ ਵਾਸਤੇ ਮੈਂ ਲਾਈਨ 'ਚ ਨਹੀਂ ਲੱਗਾ ਮੈਂ ਜਾ ਕੇ ਉਹ ਜਿਹੜੇ ਮਰੀਜ਼ ਕੋਲੋਂ ਤੇ ਸਨ ਜਿਹੜੇ ਯਾਨੀ ਕਿ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਸਨ ਉਹਨਾਂ ਤਰਲਾ ਮਿਹਨਤ ਕੀਤਾ ਮੈਨੂੰ ਮੇਰੇ ਬੱਚਿਆਂ ਦੀ ਹਾਲਤ ਬਹੁਤ ਨਾਜ਼ੁਕ ਹੈ ਤੁਹਾਡੀ ਮਿਹਰਬਾਨੀ ਮੈਨੂੰ ਜਾਣਦੇ ਹੋ ਦੋ ਮੇਰੇ ਜੁੜਵਾ ਬੇਟੇ ਉਹ ਕਾੜੇ ਵਾਲਿਆਂ ਨੇ ਮੈਨੂੰ ਮੇਰੇ ਸਸੁਰਾਲ ਕਾੜੇ ਨੇ ਮੇਰੀ ਬੇਗਮ ਕਾੜੇ ਗਈ ਹੋਈ ਸੀ ਉੱਥੋਂ ਯਾਨੀ ਕਿ ਡਾਕਟਰਾਂ ਨੇ ਕਿਹਾ ਸੀ ਚਿਲਡਰਨ ਹਸਪਤਾਲ ਉਸ ਤੋਂ ਬਾਅਦ ਜਨਾਬ ਮੈਂ ਜਦੋਂ ਪਰਚੀ ਬਣੀ ਮੇਰੀ ਤੇ ਉਹਨਾਂ ਨੇ ਕਿਹਾ ਜੀ ਐਮਰਜੈਂਸੀ ਨਰਸਰੀ ਚ ਲੈ ਜਾਓ ਇਹਨਾਂ ਨੂੰ ਉਹ ਮੈਂ ਪਰਚੀ ਲੈ ਕੇ ਆਇਆ ਮੈਨੂੰ ਸਿਕਿਉਰਿਟੀ ਕਰਨ ਨੇ ਫਿਰ ਨਹੀਂ ਅੰਦਰ ਵੜਨ ਦਿੱਤਾ ਮੈਂ ਉੱਥੇ ਬੜਾ ਰੌਲਾ ਪਾਇਆ ਮੇਰਾ ਕੋਈ 5-10-15 ਮਿੰਟ ਰੌਲਾ ਪਾਉਣ ਤੋਂ ਬਾਅਦ ਨਾ ਜਦੋਂ ਉਹ ਇੱਕ ਪੁਲਿਸ ਅਹਿਲਕਾਰ ਸੀ ਜਿਹਨੂੰ 4 ਫੁੱਲ ਲੱਗੇ ਸੀ ਉਹਨੇ ਉਹ ਆਇਆ ਮੇਰੇ ਕੋਲ ਰੌਲਾ ਪਾਇਆ ਯਾਰ नीचे कर लो ਮੈਂ ਕਿਹਾ ਜੀ ਮੇਰੇ ਬੱਚਿਆਂ ਦੀ ਹਾਲਤ ਨਾਜ਼ੁਕ ਹੈ ਐ ਵੇਖੋ ਡਾਕਟਰ ਨੇ ਮੈਨੂੰ ਪਰਚੀ ਬਣਾ ਕੇ ਲਈ ਹੈ ਕਿ ਇਹਨੂੰ ਐਮਰਜੈਂਸੀ ਨਰਸਰੀ ਚ ਲੈ ਜਾਓ ਉੱਥੇ ਤੇ ਉਹਨੇ ਕਿਹਾ ਜੀ ਇਹਨੂੰ ਜਾਣ ਦਿਓ ਮੈਂ ਅੰਦਰ ਗਿਆ ਜਦੋਂ ਇਸ ਮਾਮਲੇ ਨੂੰ ਤਕਰੀਬਨ ਪੌਣਾ ਘੰਟਾ ਹੋ ਗਿਆ ਸੀ ਅੰਦਰ ਗਿਆ ਅੰਦਰ ਜਾਣ ਤੋਂ ਬਾਅਦ ਫਿਰ ਮੈਂ ਉਹ ਡਾਕਟਰਾਂ ਨੇ ਮੇਰੇ ਬੱਚੇ ਦੇ ਜਿਹੜਾ ਫੌਤ ਹੋਇਆ ਨਾ ਉਹਦੀ ਹਾਲਤ ਨਾਜ਼ੁਕ ਹੋ ਗਈ ਸੀ ਉਹਨੂੰ ਪੰਪ ਵਗੈਰਾ ਕੀਤੇ ਨੇ ਤੇ ਉਹਨਾਂ ਨੇ ਕਿਹਾ ਜੀ ਇੰਝ ਕਰੋ ਤੁਸੀਂ ਨਾ ਆਪਣੀ ਉਹ ਬਣਾ ਕੇ ਲਿਆਓ ਪਰਚੀ ਬਣਵਾ ਕੇ ਲਿਆਓ ਪਰਚੀ ਬਣਵਾਈਏ ਪਰਚੀ ਬਣਵਾਉਣ ਤੋਂ ਬਾਅਦ ਫਿਰ ਮੈਂ ਉਹਨਾਂ ਨੇ ਟਿਕ ਮਾਰ ਕੀਤੀ ਉਹਨਾਂ ਨੇ ਕਿਹਾ ਜੀ ਫਾਈਲ ਬਣਵਾ ਕੇ ਲਿਆਓ ਫਾਈਲ ਬਣਨ ਤੋਂ ਬਾਅਦ ਤੁਹਾਡੇ ਬੱਚੇ ਦਾ ਇਲਾਜ ਸ਼ੁਰੂ ਹੋਏਗਾ ਮੈਂ ਕਿਹਾ ਜੀ ਮੇਰੇ ਕੋਲ ਆਪਣਾ ਜ਼ਾਤੀ ਸ਼ਨਾਖਤੀ ਕਾਰਡ ਨਹੀਂ ਹੈ ਉਹਨੇ ਕਿਹਾ ਜਿਹੜਾ ਮਰਜ਼ੀ ਸ਼ਨਾਖਤੀ ਕਾਰਡ ਲਓ ਡਰਾਈਵਰ ਦਾ ਸ਼ਨਾਖਤੀ ਕਾਰਡ ਲਿਆ ਮੈਂ ਲੈ ਕੇ ਮੈਂ ਇਤਫਾਕ ਹਸਪਤਾਲ ਗਿਆ ਦੌੜ ਲਾਂਦਾ ਮੈਂ ਨਹੀਂ ਵੇਖਿਆ ਖੁਦਾ ਦੀ ਕਸਮ ਕਿ ਮੇਰੇ ਰਸਤੇ 'ਚ ਕੋਈ ਰੋੜਾ ਆ ਰਿਹਾ ਕੋਈ ਚੀਜ਼ ਆ ਰਹੀ ਹੈ ਮੈਂ ਨੱਸਦਾ ਗਿਆ ਤੇ ਨੱਸਦਾ ਆਇਆ ਕਾਪੀਆਂ ਕਰਵਾ ਕੇ ਲਿਆ ਅੱਗੇ ਆਂਦਿਆਂ ਨੂੰ ਵਜ਼ੀਰ ਆਲਾ ਸਾਹਿਬ ਆ ਚੁੱਕੇ ਸਨ ਮੈਂ ਅੰਦਰ ਆਇਆ 2 ਨੰਬਰ ਗੇਟ ਤੋਂ ਅੰਦਰ ਆਇਆ ਅੰਦਰ ਆ ਕੇ ਮੈਂ ਯਾਨੀ ਕਿ ਫਿਰ ਸਿਕਿਉਰਿਟੀ ਅਹਿਲਕਾਰਾਂ ਨੇ ਮੈਨੂੰ ਰੋਕ ਲਿਆ ਉਹਨਾਂ ਨੇ ਕਿਹਾ ਜੀ ਤੂੰ ਅੰਦਰ ਨਹੀਂ ਜਾ ਸਕਦਾ ਮੈਂ ਕੁਛ ਨਹੀਂ 10-15 ਮਿੰਟ ਉੱਥੇ ਪਰੇਸ਼ਾਨ ਹੋਇਆ ਉਸ ਤੋਂ ਬਾਅਦ ਫਿਰ ਉਹੀ 4 ਫੁੱਲਾਂ ਵਾਲਾ ਅਫਸਰ ਆਇਆ ਉਹਨੇ ਕਿਹਾ ਕੀ ਰੋਲਾ ਮੈਂ ਕਿਹਾ ਸਰ ਜੀ ਮੈਨੂੰ ਡਾਕਟਰਾਂ ਨੇ ਕਿਹਾ ਜੀ ਇਹ ਆਪਣੀ ਯਾਨੀ ਕਿ ਫਾਈਲ ਬਣਵਾ ਤੇਰੀ ਫਾਈਲ ਬਣੇਗੀ ਤੇਰੇ ਬੱਚੇ ਦਾ ਇਲਾਜ ਸ਼ੁਰੂ ਹੋ ਜਾਏਗਾ ਜਿਹੜੀ ਮੈਨੂੰ ਫੁਟੇਜ ਵਿਖਾਉਂਦੇ ਨੇ ਨਾ ਯਾਨੀ ਕਿ ਤੇਰੇ ਬੱਚੇ ਦਾ ਇਲਾਜ ਹੋ ਰਿਹਾ ਉਹਨਾਂ ਡਾਕਟਰਾਂ ਨੇ ਉਸੇ ਡਾਕਟਰ ਨੇ ਕਿਹਾ ਇਹ ਤੇਰੇ ਬੱਚੇ ਦੀ ਹਾਲਤ ਕੁਛ ਬਿਹਤਰ ਲੱਗਦੀ ਹੈ ਹੁਣ ਤੂੰ ਪਰਚੀ ਬਣਵਾ ਆਪਣੀ ਫਾਈਲ ਬਣਵਾ ਤੇ ਤੇਰੇ ਬੱਚੇ ਦਾ ਇਲਾਜ ਸ਼ੁਰੂ ਹੋ ਜਾਏਗਾ ਮੈਂ ਇਸ ਲਈ ਮੈਂ ਨਾ ਆਪਣੇ ਬੱਚੇ ਦੀ ਫਾਈਲ ਬਣਵਾਉਣ ਵਾਸਤੇ ਯਾਨੀ ਕਿ ਮੈਂ ਕਾਪੀਆਂ ਕਰਵਾ ਕੇ ਲਿਆਂਦਾ ਹਾਜ਼ਰ ਮੈਨੂੰ ਅੰਦਰ ਜਾਣ ਦਿਓ ਮੈਂ ਮੈਨੂੰ ਅੰਦਰ ਨਹੀਂ ਜਾਊਂਗਾ ਮੈਂ ਕੁਛ ਨਹੀਂ 20-25 ਮਿੰਟ ਉੱਥੇ ਜ਼ਲੀਲ ਹੋਇਆ ਫਿਰ ਇੱਕ ਬੰਦੇ ਨੇ ਮੈਨੂੰ ਕਿਹਾ ਪਿੱਛੋਂ ਇੱਕ ਰਸਤਾ ਲੱਗਦਾ ਜਦੋਂ ਪਿੱਛੋਂ ਦੀ ਮੈਂ ਅੰਦਰ ਗਿਆ ਪਿੱਛੇ ਵੀ ਤਾਲਾ ਲਗਾਇਆ ਸੀ ਫਿਰ ਮੈਂ ਦਰਵਾਜ਼ਾ ਖੜਕਾਇਆ ਮੈਂ ਕਿਹਾ ਸ਼ਬਾਜ਼ ਸ਼ਰੀਫ ਸਾਹਿਬ ਜੀ ਇਹਨੇ ਕਿਸੇ ਬੇਟੇ ਦੇ ਬਾਪ ਨੇ ਯਾਰ ਮੈਂ ਵੀ ਕਿਸੇ ਦਾ ਮੇਰਾ ਵੀ ਬੇਟੇ ਨੇ ਯਾਰ ਮੇਰੇ ਬੱਚਿਆਂ ਦੀ ਹਾਲਤ ਬਹੁਤ ਨਾਜ਼ੁਕ ਹੈ ਯਾਰ ਮੈਨੂੰ ਜਾਣ ਦੇ ਅੰਦਰ ਇੱਕ ਡਾਕਟਰ ਆਇਆ ਉਹਨੇ ਮੈਨੂੰ ਬੁਰਾ ਭਲਾ ਬੋਲਿਆ ਇਸ ਦੌਰਾਨੀ ਮੇਰੀ ਭਰਜਾਈ ਜਿਹੜੀ ਭਾਬੀ ਨਾਲ ਗਏ ਸਨ ਉਹਨਾਂ ਨੇ ਮੈਨੂੰ ਬਾਹਰ ਕੱਢ ਦਿੱਤਾ ਹੋਇਆ ਸੀ ਸਰ ਜੀ ਉਹਨਾਂ ਨੂੰ ਕਿਹਾ ਤੁਸੀਂ ਪੈਂਪਰ ਲੈ ਕੇ ਆਓ ਉਹ ਸਰ ਜੀ ਫਿਰ ਬਾਅਦ ਚੋਂ ਨਾ ਉਹਨੇ ਮੇਰੇ ਕੋਲ ਪੇਪਰ ਫੜੇ ਉਹਨਾਂ ਨੇ ਕਿਹਾ ਤੂੰ ਇੱਥੇ ਬਹਿ ਤੇ ਮੈਂ ਨਾ ਤੇਰੇ ਯਾਨੀ ਕਿ ਬੱਚਿਆਂ ਦਾ ਇਲਾਜ ਸ਼ੁਰੂ ਕਰਵਾਉਣਾ ਵਾ ਮੇਰੀ ਭਾਬੀ ਨਾਲ ਗਏ ਨੇ ਮੇਰੀ ਭਾਬੀ ਜਦੋਂ ਨਾਲ ਹੋ ਕੇ ਵਾਪਸ ਆਏ ਨੇ ਤੇ ਉਹਨਾਂ ਨੇ ਜਦੋਂ ਜਾ ਕੇ ਵੇਖਿਆ ਉੱਥੇ ਬੱਚੇ ਮੇਰੇ ਦੀ ਡੈਥ ਹੋ ਗਈ ਸੀ ਬੱਚਾ ਮੇਰਾ ਆਖਰੀ ਸਾਹ ਲੈ ਰਿਹਾ ਸੀ ਐ ਮੇਰੇ ਯਾਨੀ ਕਿ ਭਰਾ ਕਹਿੰਦੇ ਨੇ ਕਿ ਜੀ ਤੁਸੀਂ ਅਸੀਂ ਯਾਨੀ ਕਿ ਬੱਚਾ ਆਇਆ ਯਾਨੀ ਕਿ ਅੱਧਾ ਘੰਟਾ ਪਹਿਲਾਂ ਸੀਐਮ ਸਾਹਿਬ ਆਉਣ ਤੋਂ ਪਹਿਲਾਂ ਫੌਤ ਹੋ ਗਿਆ ਮੈਨੂੰ ਦੱਸਣ ਮੇਰੀ ਭਾਬੀ ਜਦੋਂ ਅੰਦਰ ਗਏ ਨੇ ਉਦੋਂ ਸੀਐਮ ਸਾਹਿਬ ਹੈ ਸਨ ਉਦੋਂ ਮੇਰੇ ਬੱਚੇ ਨੂੰ ਯਾਨੀ ਕਿ ਇੱਕ ਬੱਚੇ ਨੂੰ ਜਿਹੜਾ ਯਾਨੀ ਕਿ ਸਹੀ ਸੀ ਉਹਨੂੰ ਡ੍ਰਿਪ ਲਗਾਈ ਸੀ ਦੂਜੇ ਨੂੰ ਉਹਨਾਂ ਨੇ ਕਿੱਥੇ ਡ੍ਰਿਪ ਲਗਾਈ ਸੀ ਮੈਨੂੰ ਦੱਸਣ ਉਸ ਤੋਂ ਬਾਅਦ ਮੈਨੂੰ ਡਾਕਟਰਾਂ ਨੇ ਫੜ ਕੇ ਖਿੱਚਾ ਧੂਈ ਕੀਤੀ ਹੈ ਜਦੋਂ ਮੈਂ ਅੰਦਰੋਂ ਬਾਹਰ ਆਇਆ ਮੈਨੂੰ ਡਾਕਟਰਾਂ ਨੇ ਫੜ ਕੇ ਖਿੱਚਾ ਧੂਈ ਕੀਤੀ 3 ਡਾਕਟਰ ਨੇ ਮੇਰੇ ਸਾਹਮਣੇ ਲਿਆਣ ਮੈਂ ਵਹਾਨਾ ਕਿੰਨਾਂ ਨੇ ਫੜ ਕੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਹੈ ਮੈਨੂੰ ਗਾਲਾਂ ਕੱਢੀਆਂ ਇਹਨਾਂ ਡਾਕਟਰਾਂ ਨੇ ਮੈਨੂੰ ਗਾਲਾਂ ਕੱਢੀਆਂ ਨੇ ਉਹਨਾਂ ਨੇ
ਉਸ ਤੋਂ ਬਾਅਦ ਉਹਨਾਂ ਨੇ ਕਿਹਾ ਤੂੰ ਚੜ੍ਹ, ਮੈਨੂੰ ਖਿੱਚ ਕੇ ਪਿੱਛੇ ਖੜਦੇ ਰਹੇ ਨੇ, ਚਲਾ ਤੈਨੂੰ ਜ਼ਿੰਦਾ ਨਹੀਂ ਛੱਡਣਾ, ਤੂੰ ਸਾਡੇ ਮਤਲਬ ਗੱਲਾਂ ਕੀਤੀਆਂ ਨੇ, ਸਾਡੇ ਹਸਪਤਾਲ ਦੇ ਮਤਲਬ ਗੱਲਾਂ ਕੀਤੀਆਂ ਨੇ। ਮੈਨੂੰ ਦੱਸਣ ਮੈਨੂੰ ਕੀ, ਮੈਨੂੰ ਇਹਨੇ ਕਿ ਇੰਨੀ ਜੇ ਸਿਕਿਉਰਿਟੀ ਇੰਨੀ ਰੱਖੀ ਸੀ ਤੇ ਦੂਸਰੇ ਗੇਟ ਤੇ ਕਰ ਲੈਂਦੇ, ਐਮਰਜੈਂਸੀ ਤੇ ਕਿਉਂ ਸਿਕਿਉਰਿਟੀ ਇਹਨਾਂ ਨੇ ਕੀਤੀ ਸੀ? ਮੇਰਾ ਬੱਚੇ ਪਹਿਲਾਂ 45 ਮਿੰਟ ਜਿਹੜਾ ਪਹਿਲਾਂ ਮੈਂ ਕਾਰ ਚੋਂ ਲੈ ਕੇ ਆਇਆ, ਮੈਨੂੰ ਉਹਨਾਂ ਨੇ ਗੁਲਾਬ ਦੇਵੀ ਹਸਪਤਾਲ ਮੈਂ ਕਾਰ ਖਿਲਾਰ ਕੇ ਬੱਚੇ ਨੂੰ ਲੈ ਕੇ ਆਇਆ, ਪੈਦਲ ਲੈ ਕੇ ਆਇਆ। ਉਸ ਦੌਰਾਨੀ 'ਚ ਮੇਰੇ ਬੱਚਿਆਂ ਦੀ ਹਾਲਤ ਬਹੁਤ ਹੀ ਨਾਜ਼ੁਕ ਹੋ ਗਈ। ਇਹ ਕਹਿੰਦੇ ਨੇ ਅਸੀਂ ਇਨਕੁਆਇਰੀ ਕਮਿਸ਼ਨਾਂ ਬਣਾਈਆਂ ਨੇ, ਕਿਹੜਾ ਬੰਦਾ ਮੇਰੇ ਤੱਕ ਆਇਆ, ਕਿੰਨੇ ਮੈਨੂੰ ਫੋਨ ਕੀਤਾ ਜਾਣ ਕੇ ਇਨਕੁਆਇਰੀ ਕਮਿਸ਼ਨ ਤੋਂ? ਕੋਈ ਤੂੰ ਦੱਸ, ਮੈਨੂੰ ਸਾਬਤ ਕਰਾਉਣ ਕੋਈ ਵੀ, ਕਿਹੜਾ ਮੇਰੇ ਕੋਲ ਇਨਕੁਆਇਰੀ ਕਮਿਸ਼ਨ 'ਚ ਆਇਆ, ਕਿਹੜਾ ਮੈਨੂੰ ਪੁੱਛਣ ਆਇਆ ਕਿ ਭਾਈ ਤੇਰੀ ਇਨਕੁਆਇਰੀ ਕਮਿਸ਼ਨ ਬੈਠੀ ਆ, ਦੱਸ ਮੈਨੂੰ ਆ ਕੇ, ਮੈਨੂੰ ਕੋਈ ਵੀ ਦੱਸੇ ਆ ਕੇ थे। या मैंने इस मामले में कोई दरखास्त दी है किसी के खिलाफ कोई कार्रवाई के लिए? डॉक्टर जी मैंने दसो गरीब आदमी, मैं अपने बच्चों की रोटी पूरी करा कि मैं केस गुजारी लोगों नीचे कर लो। सबर दे, अल्लाह ताला आपको मुतबादिल बचा दे, अल्लाह ताला आपको करम रखे अपना, आपके अहले खाना पे, अहले ख़ानदान पे, अहले मोहल्ला पे, पूरे गुजरावाला पे, पूरे सूबे, पूरे मुल्क पे और पूरे आलम इस्लाम पे सल्लल्लाहु अलैहि वसल्लम खैर के मोहम्मद अलैहि वसल्लम अजमईन। बाहर लगा रहे हैं, लाइट नहीं है। दोस्तों को यहाँ जो हम आए आज, मेरे जो मजलूम भाई हैं और मेरी जो मजलूम बहन है जिनका ये नुकसान हुआ है, इस पे हम दिली ताज़ियत का इजहार करने के लिए अपने भाई के पास आए हैं। मैंने दुआ की अंदर भी, यहाँ भी हम सारे मिल के दुआ करते हैं कि अल्लाह ताला इनको सब्र जमील भी दे और इस औलाद का जो नेमत गैर मुतरकबा है और अल्लाह ताला की बहुत बड़ी नेमत है नरीना औलाद, अल्लाह ताला इनको मुतबादिल भी दे, ये भी आपसे दुआ करता हूँ। और मैं साथ ये भी मुतालबा करता हूँ, जिस तरह भाई ने तफसील हमें बताई है कि उसमें सीधी सीधी नेगलिजेंस है और ताज़ीरात पाकिस्तान के अंदर जो नेगलिजेंस है उसकी सजा मौजूद है और इंक्वायरी होती है मुकदमा दर्ज करने के बाद। पहले मुकदमा दर्ज किया जाए, उसके बाद तफ्तीश की जाए। ये कैसी तफ्तीश है कि मुकदमा दर्ज नहीं हुआ? आप यही कह रहे थे ना। और मुझे इस बात पे भी बड़ा दुख हुआ कि इन्होंने कहा कि इनके पास कोई ना इंक्वायरी के लिए आया है और ना इनका बयान लेने के लिए कोई आया है और ना इनसे किसी ने आके इनका मौक़िफ़ पूछा है। इसलिए मैं ये भी मुतालबा करता हूँ गवर्नमेंट ऑफ पंजाब से, और सीनियर मिनिस्टर मेरे साथ इसीलिए आए हैं, मैं इनको लाया हूँ। इनकी ड्यूटी है, राजा साहब जो काबीना का अगला इजलास है उस इजलास में आपका मसला उठाएंगे, इसलिए कि इंसान की ज़िंदगी से प्यारी अल्लाह ताला को और कोई चीज़ नहीं लगती। अल्लाह ताला ने इसीलिए अपने कुरान में फरमाया हुआ है कि जिसने किसी एक शख्स की ज़िंदगी बचाई उसने सारी दुनिया को बचा दिया, और जिसने किसी एक शख्स को बिलाजवाज बेगुनाह मार दिया उसने पूरे आलम इंसानियत को मार दिया। इसलिए ये इंतहाई काबिल मुज़म्मत काम है। और इनके जो इंसानी जान तो बहुत बड़ी चीज़ है, अगर एक उंगली चली जाए, एक आंख चली जाए, एक टांग चली जाए, एक हाथ चला जाए, उसका भी कोई मुतबादिल नहीं होता। फौरी तौर पे इनके जो नुकसान हुआ है उसकी तलाफी करे तख्ते लाहौर और पर्चा दर्ज करने के बाद फिर इंक्वायरी हो। ये कौन सी इंक्वायरी है कि पर्चा दर्ज नहीं हुआ और तफ्तीश हो रही है? पहले तो पर्चा दर्ज होना चाहिए। और अगर उनको कानून की समझ नहीं है तो मैं उनको कानून, आप यार थोड़ी देर मुझे बात तो कर, आप बहुत इंपॉर्टेंट आदमी, मेहरबानी करेंगे। जो मैं अगर उनको कानून का पता नहीं है तो मैं उनको कानून बता देता हूँ। ताज़ीरात पाकिस्तान में 3 किस्म के कत्ल के मुकदमे होते हैं। एक कत्ले अमद है जो जान के किसी को मारते हैं,
दूसरे को कत्ले खता कहते हैं। ये शरीयत का हुक्म है, इसलिए कत्ले खता का मुकदमा फौरी तौर पे दर्ज किया जाए। और हम आपके साथ भी हैं, आपके गम में शरीक हैं, और जो आप और कहेंगे, आपके MP साहब यहाँ पे मौजूद हैं, आपके सीनियर मिनिस्टर साहब मेरे साथ आए हैं, और मैं इस्लामाबाद से आपके पास सदर पाकिस्तान की तरफ से आया हूँ। हम सदर पाकिस्तान की तरफ से भी आपके वो भी बड़े भाई हैं, मैं आपके साथ इजहार करता हूँ ताज़ियत का, और आपको अल्लाह ताला हौसला और सब्र देगा इंशाअल्लाह अज़ीज। और मैं अपने जो यहाँ पे हमारे कारकुन हैं और रहनुमा है, मैं आपसे आप सबको ये कह रहा हूँ, हाजी साहब आप भी और आप सारे जितने दोस्त हैं हमारे, ये सारे के सारे दोस्त मेहरबानी करके जितने दिन इनके घर में सो गए, ये 3 दिन रखें, 8 दिन रखें या 40 दिन रखें। मैं सोडी साहब आपसे भी पूछूंगा, मैं लाला इदरीस आपसे भी पूछूंगा, और मैं सबसे पूछूंगा, आपने सारे दिन इनके घर आना है और इनके गम में शरीक होके हाथ खड़े करने हैं, दुआ करनी है, और कोई खिदमत ये बताएंगे तो वो खिदमत भी हम इनकी मुस्तकिलन करेंगे जब तक ये चेल। वैसे मैं इनके हौसले के लिए मैं बात करना चाहता हूँ कि जो बच्चा इस उम्र का फौत हो जाए, हुजूर मोहतरम सल्लल्लाहु अलैहि वसल्लम ने आप पर हमारी जाने कुर्बान, आपने इरशाद फरमाया है, सियाह सित्ता की हदीस शरीफ है, हदीस शरीफ में आपका फरमान है कि ये जन्नत के दिन माँ बाप को पुकारेगा। ये जो बदबख्ती कुछ लोगों की हुई है जिसकी वजह से बच्चा चला गया, लेकिन माँ को और बाप को मैं खुशखबरी दे रहा हूँ, अपनी तरफ से नहीं, किसी दुनियादार की तरफ से नहीं, मदीने वाली सरकार हुजूर मोहतरम सल्लल्लाहु अलैहि वसल्लम की तरफ से दे रहा हूँ कि क़यामत के दिन ये बच्चा आपको जन्नत में बुलाएगा। ये अकेला जन्नत में नहीं होगा, ये आपके बगैर जन्नत में नहीं रहेगा। इसलिए इसको कहते हैं तोशा जन्नत अल्लाह ताला ने आपको दिया है, आपको अल्लाह ताला हौसला देगा। और इंशाअल्लाह जो सीनियर मिनिस्टर साहब हैं ये जाके पर्चे के लिए भी कहेंगे गवर्नमेंट को, और जो आपका मसला है इसको काबीना के आइंदा इजलास के अंदर भी उठाएंगे। और बहुत जरूरी है कि जो खादिम हों, हम भी आए हैं चल के अभी पैदल आपके सामने, उनको खिदमत करनी चाहिए, मखदूम बन के ऐसे हालात पैदा नहीं करने चाहिए जिनके नतीजे में किसी का प्यारा छिन जाए, जिनके नतीजे में किसी माँ की कोख खाली हो जाए, जिसके नतीजे में किसी माँ को गोद से महरूम होना पड़े। और एक आसान तरीका ये होता है कि अगर कोई गलती किसी से हो जाए, इनकी दुश्मनी तो किसी के साथ नहीं है, गलती में माफी होती है, वो तलाफी समझी जाती है, गलती में बहाने नहीं लगाए जाते और गलती में तावीलें नहीं गढ़ी जाती। उजरे गुनाह बदतर अज गुनाह, अगर उजर गढ़े जाएंगे तो वो और दिल दुखाने वाली इनकी बात है। और मैं आपकी तरफ से भी इनके साथ ताज़ियत का इजहार करता हूँ। एक दफा आप बच्चा तो बख्शा हुआ है, जन्नत का तोशा है, उसके माँ बाप के लिए भी और मेरे साथ मिलकर दुआ कर लें। औज़ु बिल्लाहि मिनश शैतानिर रजीम।